Hello, this is Manish Kaushal from Victory Planner Shri Ganganagar. In today's session, I will be exploring an actual IELTS writing task 2 question that appeared in the exam. ਤਾਂ ਅੱਜ ਦੀ ਜਿਹੜੀ ਆਪਣੀ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ IELTS ਰਾਈਟਿੰਗ ਟਾਸਕ 2 ਦਾ ਕੁਐਸਚਨ ਜਿਹੜਾ ਹੈਗਾ ਉਹ ਡਿਸਕਸ ਕਰਾਂਗੇ, ਜਿਹੜਾ ਕਿ ਰੀਸੈਂਟਲੀ ਐਗਜ਼ਾਮ ਦੇ ਵਿੱਚ ਆਇਆ, ਮੀਨਸ 5 ਅਕਤੂਬਰ ਨੂੰ ਜਿਹੜਾ ਐਗਜ਼ਾਮ ਹੋਇਆ ਸੀਗਾ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਤਾਂ ਆਪਾਂ ਉਹ ਡਿਸਕਸ ਕਰਾਂਗੇ। ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਸਟਾਰਟ। टाइम वेस्ट करते बिना आप शुरू करते हैं। फर्स्ट ऑफ ऑल वी विल ट्राई टू अंडरस्टैंड द गिवन स्टेटमेंट। स्टेटमेंट सेज nowadays people use bicycles less as a form of transport। so what does this mean? भी वो कह रहा है ਜਿਹੜੇ ਅੱਜ ਕੱਲ ਲੋਕ ਕੀ ਹੈ in modern era, nowadays ਦੀ ਮਤਲਬ ਕਰ ਰਿਹਾ at present people use bicycles less, ਵੀ ਜਿਹੜਾ bicycles ਦਾ use ਆ ਬਹੁਤ ਘੱਟ ਕਰਦੇ ਆ as a form of transport, means ਟੂ ਕਮਿਊਟ ਜਾਂ ਟੂ ਟਰੈਵਲ, ਵੀ ਟਰਾਂਸਪੋਰਟ ਦੇ ਹਿਸਾਬ ਨਾਲ ਸਾਈਕਲਸ ਦਾ ਯੂਜ਼ ਬਹੁਤ ਘੱਟ ਕਰਦੇ ਆ ਲੋਕ। ਇੰਨੀ ਕੀ ਸਟੇਟਮੈਂਟ ਹੈ। ਫਿਰ ਕੁਐਸਚਨ ਕੀ ਹੈ, ਵਾਈ ਇਜ਼ ਦਿਸ ਕੇਸ? ਤਾਂ ਆਪਾਂ ਰੀਜ਼ਨਸ ਦੱਸਣੇ ਆ। ਪਹਿਲਾਂ ਤਾਂ ਆਪਣੇ ਤੋਂ ਰੀਜ਼ਨਸ ਪੁੱਛ ਰਿਹਾ ਵੀ ਲੋਕ ਬਾਈਸਾਈਕਲ ਦਾ ਯੂਜ਼ ਐਜ਼ ਏ ਮੋਡ ਆਫ ਟਰਾਂਸਪੋਰਟੇਸ਼ਨ ਘੱਟ ਕਿਉਂ ਕਰਦੇ ਆ, ਰੀਜ਼ਨਸ। ਦੈਨ ਕੀ ਹੈ, ਵਟ ਕੈਨ ਬੀ ਡੂ ਟੂ ਇਨਕਰੇਜ ਪੀਪਲ ਟੂ ਯੂਜ਼ ਬਾਈਸਾਈਕਲਸ ਮੋਰ। ਇਹ ਤਾਂ ਹੋ ਗਿਆ ਫਸਟ ਕੁਐਸਚਨ ਦੇ ਵਿੱਚ ਰੀਜ਼ਨਸ ਦੱਸਣੇ ਆ। ਸੈਕਿੰਡ ਆਪਾਂ ਨੂੰ ਪੁੱਛ ਰਿਹਾ ਮੇਜਰਸ, ਵੀ ਕਿਵੇਂ ਆਪਾਂ ਇੰਡੀਵਿਜੂਅਲਸ ਨੂੰ ਮੋਟੀਵੇਟ ਕਰ ਸਕਦੇ ਹਾਂ ਵੀ ਉਹ ਬਾਈਸਾਈਕਲਸ ਦਾ ਯੂਜ਼ ਜ਼ਿਆਦਾ ਕਰਨ। ਸੋ ਇਹ ਆਪਣਾ ਕੁਐਸਚਨ ਹੈ। ਇੱਕ ਤਾਂ ਆਪਾਂ ਰੀਜ਼ਨਸ ਦੱਸਣੇ ਬਾਈਸਾਈਕਲ ਦਾ ਯੂਜ਼ ਘੱਟ ਕਿਉਂ ਕਰਦੇ ਆ, ਇੱਕ ਆਪਾਂ ਇਹ ਦੱਸਣਾ ਵੀ ਕਿਵੇਂ ਉਹਨਾਂ ਨੂੰ ਮੋਟੀਵੇਟ ਜਾਂ ਇਨਕਰੇਜ ਕੀਤਾ ਜਾ ਸਕਦਾ ਵੀ ਉਹ ਜ਼ਿਆਦਾ ਯੂਜ਼ ਕਰਨ। ਸੋ ਐਜ਼ ਵੀ ਨੋ ਵੀ ਹੈਵ ਟੂ ਰਾਈਟ ਦੀ ਇੰਟਰੋਡਕਸ਼ਨ ਇਨ ਦੀ ਇਨੀਸ਼ੀਅਲ ਸਟੇਜ ਜਾਂ ਐਟ ਦੀ ਇਨੀਸ਼ੀਅਲ ਸਟੇਜ। ਸਟਾਰਟਿੰਗ 'ਚ ਆਪਾਂ ਇੰਟਰੋਡਕਸ਼ਨ ਲਿਖਣੀ ਹੈ। And introduction consists of two parts, paraphrasing and thesis. In paraphrasing, you have to rewrite the given statement in your own word. Then you have to provide a thesis for the given questions. So, ਆਪਾਂ ਲਿਖਿਆ using bicycles less frequently. Frequently ਦਾ ਮਤਲਬ ਕੀ ਹੁੰਦਾ, often ਜਾਂ habit ਜਾਂ ਜਿਵੇਂ ਆਪਾਂ ਕਹਿ ਦਈਏ occasion, ਵੀ regularly ਆਪਾਂ ਕੋਈ ਚੀਜ਼ use ਕਰਦੇ ਹਾਂ ਤਾਂ ਉਹ ਹੁੰਦਾ frequently। ਆਪਾਂ ਇੱਥੇ ਕੀ ਲਿਖਿਆ, using bicycles less frequently as a mode of transportation has become a common trend in modern society। ਵੀ ਬਾਈਸਾਈਕਲ ਦਾ ਯੂਜ਼ ਘੱਟ ਕਰਨਾ, ਠੀਕ ਹੈ, ਐਜ਼ ਏ ਮੋਡ ਆਫ ਟਰਾਂਸਪੋਰਟੇਸ਼ਨ ਇਸ ਮਾਡਰਨ ਐਰਾ ਦੇ ਵਿੱਚ ਇੱਕ ਕਾਮਨ ਟ੍ਰੈਂਡ ਬਣ ਚੁੱਕਿਆ। ਦਿਸ ਡਿਕਲਾਈਨ ਇਜ਼ ਲਾਰਜਲੀ ਡਿਊ ਟੂ ਦੀ ਗਰੋਇੰਗ ਡਿਪੈਂਡੈਂਸ ਔਨ ਮੋਟਰ ਵਹੀਕਲਸ ਐਂਡ ਇਨਸਫੀਸ਼ੀਐਂਟ ਸਾਈਕਲਿੰਗ ਇਨਫਰਾਸਟਰਕਚਰ। ਤਾਂ ਹੁਣ ਦੇਖੋ ਆਪਾਂ ਜਿਹੜੇ ਰੀਜ਼ਨਸ ਹੈ ਵੀ ਜਿਹੜੇ ਆਪਾਂ ਅੱਗੇ ਡਿਸਕਸ ਕਰਾਂਗੇ ਉਹਨਾਂ ਦਾ ਥੋੜਾ ਜਿਹਾ ਆਈਡੀਆ ਆਪਾਂ ਇੰਟਰੋਡਕਸ਼ਨ ਦੇ ਵਿੱਚ ਦਿੱਤਾ। ਤਾਂ ਆਪਾਂ ਕੀ ਲਿਖਿਆ, ਦਿਸ ਡਿਕਲਾਈਨ ਇਜ਼ ਲਾਰਜਲੀ ਡਿਊ ਟੂ, ਕਿ ਜਿਹੜਾ ਇਹ ਡਿਕਲਾਈਨ ਹੈਗਾ ਉਹ ਜ਼ਿਆਦਾਤਰ ਕਿਉਂ ਹੈ, ਕਿਉਂਕਿ ਟੂ ਗਰੋਇੰਗ ਡਿਪੈਂਡੈਂਸ ਔਨ ਮੋਟਰ ਵਹੀਕਲਸ, ਜਿਹੜੇ ਮੋਟਰ ਵਹੀਕਲਸ ਹੈਗੇ ਉਹਨਾਂ ਤੇ ਜ਼ਿਆਦਾ ਲੋਕ ਡਿਪੈਂਡ ਹੋ ਰਹੇ ਆ। ਐਂਡ ਇਨਸਫੀਸ਼ੀਐਂਟ ਸਾਈਕਲਿੰਗ ਇਨਫਰਾਸਟਰਕਚਰ। ਇਨਸਫੀਸ਼ੀਐਂਟ ਸਾਈਕਲਿੰਗ ਇਨਫਰਾਸਟਰਕਚਰ ਦਾ ਮਤਲਬ ਕੀ ਹੈ ਵੀ ਡਿਫਰੈਂਟ ਲੇਨਸ ਹੈ ਨਹੀਂ ਹੈ ਸਾਈਕਲਸ ਵਾਸਤੇ, ਠੀਕ ਹੈ, ਪ੍ਰੋਪਰ ਉਹਨਾਂ ਦਾ ਜਿਹੜਾ ਇਨਫਰਾਸਟਰਕਚਰ ਆ ਉਹ ਹੈ ਨਹੀਂਗਾ, ਇਹ ਵੀ ਇੱਕ ਰੀਜ਼ਨ ਹੈ। There are various practical measures to promote cycling in modern society which will be discussed in the following essay। ਤਾਂ ਆਪਾਂ ਕੀ ਕਿਹਾ ਵੀ ਬਹੁਤ ਸਾਰੇ ਪ੍ਰੈਕਟੀਕਲ ਮੇਜਰਸ ਹੈਗੇ ਆ ਜਿਹੜੇ ਅਡਾਪਟ ਕੀਤੇ ਜਾ ਸਕਦੇ ਆ ਜਾਂ ਅਡੈਪਟ ਕੀਤੇ ਜਾ ਸਕਦੇ, ਵੀ ਜਿਹੜੇ ਪ੍ਰੈਕਟੀਕਲ ਹੈ ਮੀਨਸ ਪੋਸੀਬਲ ਹੈ, ਜਿਹੜੇ ਕਿ ਆਉਣ ਵਾਲੇ ਐਸੇ ਦੇ ਵਿੱਚ ਡਿਸਕਸ ਕੀਤੇ ਜਾਣਗੇ। ਤਾਂ ਦੇਖੋ ਇਹ ਜਿਹੜਾ ਉੱਪਰ ਆਪਾਂ ਰੀਜ਼ਨਸ ਮੈਂਸ਼ਨ ਕੀਤੇ, ਜ਼ਰੂਰੀ ਨਹੀਂ ਹੁੰਦਾ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਮੈਂਸ਼ਨ ਕਰਨਾ ਹੀ ਹੈ, ਜੇ ਕਰ ਰਹੇ ਹੋ ਤਾਂ ਗਲਤ ਨਹੀਂਗਾ, ਬਟ ਇਹ ਚੀਜ਼ ਤੁਸੀਂ ਮੇਕ ਸ਼ੋਰ ਕਰਨੀ ਹੈ ਵੀ ਤੁਸੀਂ ਉਹੀ ਰੀਜ਼ਨ ਮੈਂਸ਼ਨ ਕਰਨਾ ਜਿਹੜਾ ਤੁਸੀਂ ਅੱਗੇ ਜਾ ਕੇ ਐਕਸਪਲੇਨ ਕਰੋਗੇ ਨਾ। ਹੁਣ ਆਪਾਂ ਲਾਰਜਲੀ ਲਿਖਿਆ, ਹੋ ਸਕਦਾ ਆਪਾਂ ਇੱਕ ਅੱਧਾ ਰੀਜ਼ਨ ਹੋਰ ਐਕਸਪਲੇਨ ਕਰੀਏ, ਬਟ ਆਪਾਂ ਲਾਰਜਲੀ ਵੀ ਜ਼ਿਆਦਾਤਰ ਕੀ ਰੀਜ਼ਨ ਦਿੱਤਾ, ਮੇਨ ਰੀਜ਼ਨ ਕੀ ਦਿੱਤੇ ਆ, ਡਿਪੈਂਡੈਂਸੀ ਔਨ ਮੋਟਰ ਵਹੀਕਲਸ ਤੇ ਇਨਸਫੀਸ਼ੀਐਂਟ ਸਾਈਕਲਿੰਗ ਇਨਫਰਾਸਟਰਕਚਰ। ਤਾਂ ਆਪਾਂ ਇਹ ਤਾਂ ਮੇਨਲੀ ਡਿਸਕਸ ਕਰਾਂਗੇ, ਇਹ ਨਹੀਂ ਵੀ ਆਪਾਂ ਇੱਥੇ ਮੈਂਸ਼ਨ ਕਰਤੇ ਅੱਗੇ ਆਪਾਂ ਇਹ ਡਿਸਕਸ ਨਹੀਂ ਕਰ ਰਹੇ, ਠੀਕ ਹੈ। ਆਈ ਹੋਪ ਤੁਹਾਨੂੰ ਇੱਥੋਂ ਤੱਕ ਸਮਝ ਆਇਆ। ਹਜੇ ਆਪਾਂ ਸਿਰਫ ਇੰਟਰੋਡਕਸ਼ਨ ਦੇਖੀ ਹੈ, ਹੁਣ ਆਪਾਂ ਬੋਡੀ ਪੈਰਾਗ੍ਰਾਫ ਫਸਟ ਵੱਲ ਮੂਵ ਆਨ ਹੋਵਾਂਗੇ ਜਿਹਦੇ 'ਚ ਆਪਾਂ ਰੀਜ਼ਨਸ ਡਿਸਕਸ ਕੀਤੇ ਆ ਜਾਂ ਮੈਂਸ਼ਨ ਕੀਤੇ ਆ। ਆਈ ਹੋਪ ਤੁਹਾਨੂੰ ਇੱਥੋਂ ਤੱਕ ਸਮਝ ਆਇਆ। ਹੁਣ ਆਪਾਂ ਅੱਗੇ ਮੂਵ ਆਨ ਹੁੰਦੇ ਹਾਂ। ਸੋ ਨਾਓ ਵੀ ਵਿਲ ਡਿਸਕਸ ਦੀ ਰੀਜ਼ਨਸ behind the less use of bicycles as a mean of transport। So the chief reason for the reduced reliance on bicycles is the widespread use of motor vehicles। ਤਾਂ ਆਪਾਂ ਕੀ ਲਿਖਿਆ, the chief reason means the main reason ਕੀ ਹੈ for the reduced reliance ਮਤਲਬ dependence ਜਾਂ trust on something or someone, ਠੀਕ ਹੈ। ਤਾਂ ਆਪਾਂ ਲਿਖਿਆ the chief reason for the reduced, ਜਿਹੜਾ ਮਤਲਬ ਕਿ ਟਰਸਟ ਲੋਕਾਂ ਦਾ ਘਟ ਗਿਆ ਬਾਈਸਾਈਕਲਸ ਤੇ, ਉਹਦਾ ਰੀਜ਼ਨ ਹੈਗਾ ਵਾਈਡ ਸਪਰੈਡ ਯੂਜ਼ ਆਫ ਮੋਟਰ ਵਹੀਕਲਸ। ਵਾਈਡ ਸਪਰੈਡ ਜਿਹੜੀ ਵੀ ਚੀਜ਼ ਹਰੇਕ ਕਿਤੇ ਪਾਈ ਜਾਂਦੀ ਹੈ, ਵਿਚ ਇਜ਼ ਫਾਊਂਡ ਐਵਰੀਵੇਅਰ। ਤਾਂ ਉਹ ਕਹਿੰਦਾ ਵੀ ਜਿਹੜਾ ਅੱਜ ਕੱਲ੍ਹ ਮੋਟਰ ਵਹੀਕਲਸ ਦਾ ਯੂਜ਼ ਹੈ ਉਹ ਬਹੁਤ ਜ਼ਿਆਦਾ ਹੋ ਗਿਆ, ਵੀ ਹਰ ਜਗ੍ਹਾ ਕੀ ਹੈ ਮੋਟਰ ਵਹੀਕਲਸ ਯੂਜ਼ ਹੁੰਦੇ ਆ, ਵਿਚ ਆਫਰ ਸਪੀਡ ਐਂਡ ਕੰਫਰਟ। ਤਾਂ ਮੋਟਰ ਵਹੀਕਲਸ ਆਪਾਂ ਨੂੰ ਕੀ ਆਫਰ ਕਰਦੇ ਆ, ਸਪੀਡ
मीनस एक तो वो तेज बहुत चलती है, एक कंफर्ट मतलब आरामदायक बहुत है, ठीक है। दैट बाईसाइकल्स कैन नॉट मैच, जिहड़ा कि बाईसाइकल्स मैच नहीं कर सकते। बाईसाइकल्स मोटर ज़्यादा ना ही तो मोटर व्हीकल्स की स्पीड नूं मैच कर सकते हैं, ना ही उन्होंने कंफर्ट नूं मैच कर सकते हैं। इन मैनी सिटीज़ द लैक ऑफ डेजिग्नेटेड बाइक लेन्स, डेजिग्नेटेड बाइक लेन्स का मतलब हो गया भी अड रोड्स है नहीं, अड लेन्स है नहीं बाईसाइकल्स वास्ते। Poor road conditions and safety concerns make cycling impractical and even dangerous। तो कहता भी क्योंकि अलग रोड्स है, पूअर रोड कंडीशनस है, तो हम देखो जो मोटर व्हीकल्स के नाल ही साइकल्स वाले ट्रैवल करनगे सेम रोड्स से, तो देखो उत्थे एक्सीडेंट होने के चांसिस ज़्यादा है। बिकॉज जी मोटर व्हीकल्स है उन्होंने स्पीड, उन्होंने जी आप कह दी ब्रेकिंग सिस्टम सब कुछ की है अलग है बाईसाइकल्स के कंपैरिजन, तो उत्थे एक्सीडेंट्स या कोलिजन होने के चांसिस ज़्यादा है। दैन आप लिखा फर्दर मोर अर्बन एक्सपेंशन हैज़ लैड टू लोंगर कम्यूट्स। तो यह मतलब की है भी जो अर्बन एक्सपेंशन होया मीनस जिहड़ियां सिटीज़ इनक्रीज हो रही हैं या अर्बनाइजेशन इनक्रीज हो रहा है रैपिडली, तो वो करके की कहता लॉन्गर कम्यूट्स हो गया। मीनस एक जगह तो दूसरी जगह जाना तो थोनों की है ज़्यादा टाइम लगता है, या थोनों लंबा रास्ता बन गया भी लंबे रास्ते बन गए, क्योंकि रोड्स जिहड़ियां हैगियां जिथे आप कह दीए सिविलाइजेशन हैगा या जिथे अर्बनाइजेशन हैगी उत्थे जिथों जगह थोड़ी मोटी बचती है या एग्रीकल्चर लैंड जी नियर बाय या कुछ भी है उत्थों की रास्ते कड्ढे गए, जिहदे करके की है जो कम्यूटिंग हैगी है या ਜਿਹੜੇ ਆਪਾਂ कह दीए भी कम्यूट्स है मीनस रास्ते है वो लंबे हो गए, विच मेक्स मोटराइज्ड ट्रांसपोर्टेशन ए मोर अपीलिंग चॉइस फॉर मैनी पीपल, जिहदे करके कि लोगों को मोटर व्हीकल्स ज़्यादा अट्रैक्ट करते हैं क्योंकि उन्होंने स्पीड है भी असीं जल्दी पहुँचांगे। एडिशनली the perception that cycling is time consuming and inconvenient in comparison to driving also plays a role in this decline। सैकेंड चीज़ वो की कहता सैकेंड उदों इलावा वो कह रहा है भी एडिशनली जी लोगों की परसैप्शन है, लोगों का जो नज़रिया है भी जी साइकलिंग है वो टाइम कंज्यूमिंग है, भी बहुत टाइम लगता है, एज वैल एज की है ये इनकनवीनियंट है, मतलब इन्नी आरामदायक है नहीं। ये भी एक की है जी रीजनस है इस डिकलाइन के पिछे, ये तो हो गए रीजनस, ठीक है। सैकेंड हम बॉडी पैराग्राफ आप डिस्कस करेंगे मेजर्स भी किमें उन्होंने एनकरेज या प्रमोट किया जा सकता है साइकलिंग का यूज। टू प्रमोट द यूज ऑफ बाईसाइकल्स सिटीज नीड टू इन्वेस्ट इन साइकलिंग इंफ्रास्ट्रक्चर, जो कहता जे साइकलिंग नू प्रमोट करना तो जो सिटीज है जो शहर है उन्होंने साइकलिंग इंफ्रास्ट्रक्चर के इन्वेस्ट करना पऊगा, मीनस गौरमेंट नू साइकलिंग इंफ्रास्ट्रक्चर नू बैटर करना पऊगा। टू सिंपलीफाई constructing dedicated bike lanes that are physically separated from traffic can significantly improve safety and encourage more people to cycle। तो कह रहा है भी एक डेडिकेटेड बाइक लेन्स होनी चाहिए दैट आर फिजिकली सपरेटेड फ्रॉम द ट्रैफिक, जिहड़ियां मतलब मोटर व्हीकल्स दी रूट्स उन्होंने अलग रूट्स होनी चाहिए बाइक से। तो जिवें तुसीं आई डोंट नो थोड़े जो किन्ने जाने ने चंडीगढ़ विजिट किया, चंडीगढ़ से देखोगे तो चंडीगढ़ की है बहुत सारिया जिहड़ियां रूट्स है ऑलमोस्ट सारिया रूट्स की बाइक लेन्स अड बनिया हुई हैं जिथे तुसीं आपदियां बाईसाइकल्स दे थ्रू ट्रैवल कर सकते हो। Moreover, governments can introduce incentives such as offering subsidies on bicycles या on the use of bicycles। फिर गवर्नमेंट इंसेंटिव दे सकती है जो बाईसाइकिल का यूज करेंगे उन्होंने आह कोई बेनीफिट्स मिलणगे या उन्होंने कोई सबसिडीज मिलणगियां। तो आप अगे मूव ऑन होने भी आप लिखा सीगा भी गवर्नमेंट ने इंसेंटिव्स या सबसिडीज प्रोवाइड करनी चाहिए फॉर परचेजिंग बाईसाइकल्स और इलैक्ट्रिक बाइक्स एंड क्रिएटिंग बाइक शेयरिंग प्रोग्राम्स दैट मेक साइकलिंग असैसिबल टू ऑल। तो की है जो कोई नवा इंडिविजुअल कोई भी इंडिविजुअल बाईसाइकिल खरीदता या इलैक्ट्रिक बाइक खरीदता तो गवर्नमेंट को की है इंसेंटिव या सबसिडीज प्रोवाइड करनी चाहिए एज वैल एज बाइक शेयरिंग प्रोग्राम्स लॉन्च करने चाहिए जिहदे करके कि सारिਆਂ बाईसाइकिल का एक्सैस मिले। जो चंडीगढ़ का मैं एग्जाम्पल दिता सीगा तो चंडीगढ़ के की है तुसीं रोड के उत्ते बाईसाइकिल तुहानूं मिल जाणगियां, उत्थे तुसीं की है एक ऐप नूं स्कैन करना है, ठीक है, जो भी उन्होंने चार्जिज है फेयर चार्जिज है वो तुसीं पे करने हैं तो तुसीं बाईसाइकिल नूं यूज कर सकते हो। प्रमोटिंग दैन आप लिखा प्रमोटिंग साइकलिंग थ्रू पब्लिक अवेयरनेस कंपेन्स दैट हाईलाइट इट्स एनवायरमेंटल इकोनॉमिक एंड हेल्थ बेनिफिट्स कुड आल्सो शिफ्ट पब्लिक परसैप्शन एंड मोटिवेट पीपल टू चूज बाईसाइकल्स मोर ऑफन। वो कहता ये अलावा की कर सकते हैं, ये अलावा वो कहता भी साइकलिंग आप प्रमोट कर सकते हैं थ्रू पब्लिक अवेयरनेस कंपेन्स, ठीक है, जोड़े कि गवर्नमेंट भी कर सकती है, प्राइवेट जो कंपनियां वो भी कर सकती, इंडिविजुअल्स आपके बेसिस से या आपके बिहाफ से भी कर सकते, जिसे लोगों को ये दसिया जाए भी जो आप बाईसाइकल का ज़्यादा यूज करते हैं तो एनवायरमेंट को किमें फायदा है, वो इकनॉमिकल किमें है, मीनस
ਆਪਣੇ ਪੈਸੇ ਘੱਟ ਕਿਵੇਂ ਲੱਗਦੇ ਆ, ਉਹਦੇ ਚ ਹੈਲਥ ਵਾਸਤੇ ਕੀ ਬੈਨੀਫਿਟਸ ਆ, ਤਾਂ ਇਹਦੇ ਕਰਕੇ ਆਪਾਂ ਲੋਕਾਂ ਦਾ ਪਰਸੈਪਸ਼ਨ ਜਿਹੜਾ ਹੈਗਾ ਉਹ ਚੇਂਜ ਕਰ ਸਕਦੇ ਹਾਂ ਤੇ ਲੋਕਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਜ਼ਿਆਦਾ ਬਾਈਸਾਈਕਲਸ ਦਾ ਯੂਜ਼ ਕਰਨ ਵਾਸਤੇ। In conclusion, the decreasing use of bicycles is largely due to the convenience of motor vehicles and inadequate infrastructure. However, by improving cycling infrastructure, providing financial incentives, and raising public awareness, it is possible to make cycling a more attractive and sustainable option for urban transportation. तो कहता भी ਬਹੁਤ ਸਾਰੇ ਜਿਹੜੇ ਰੀਜ਼ਨਸ ਹੈਗੇ ਆ ਬਾਈਸਾਈਕਲਸ ਦੇ ਜਿਹੜਾ ਯੂਜ਼ ਆ ਕਿਉਂ ਨਹੀਂ ਹੋ ਰਿਹਾ, ਕਿਉਂਕਿ ਇਹਦੇ ਪਿੱਛੇ ਲਾਰਜਲੀ ਤਾਂ ਹੈਗਾ ਜਿਹੜਾ ਕਨਵੀਨੀਅੰਸ ਆ ਮੋਟਰ ਵਹੀਕਲਸ ਪ੍ਰੋਵਾਈਡ ਕਰਦੇ ਆ ਉਹ। ਸੈਕਿੰਡ ਹੈਗਾ ਇਨਐਡਿਕੁਏਟ ਇਨਫਰਾਸਟਰਕਚਰ, ਵੀ ਪ੍ਰੋਪਰ ਇਨਫਰਾਸਟਰਕਚਰ ਹੈ ਨਹੀਂ। ਹਾਊਐਵਰ ਬਟ ਉਹ ਕਹਿੰਦਾ ਵੀ ਇਸ ਚੀਜ਼ ਨੂੰ ਇੰਪਰੂਵ ਕੀਤਾ ਜਾ ਸਕਦਾ ਸਾਈਕਲਿੰਗ ਇਨਫਰਾਸਟਰਕਚਰ ਇੰਪਰੂਵ ਕਰਕੇ, ਫਾਈਨੈਂਸ਼ੀਅਲ ਇਨਸੈਂਟਿਵਸ ਦੇ ਕੇ, ਪਬਲਿਕ ਅਵੇਅਰਨੈਸ ਸਪਰੈਡ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਕੀ ਆ ਆਪਾਂ ਦੂਰ ਕਰ ਸਕਦੇ ਹਾਂ। ਸੋ ਇਹ ਆਪਾਂ ਇੱਕ ਦੇਖ ਲਿਆ ਡਿਟੇਲਡ ਸੈਂਪਲ ਰਾਈਟਿੰਗ ਟਾਸਕ 2 ਦਾ, ਜਿਹੜਾ ਕਿ ਰੀਸੈਂਟਲੀ ਐਗਜ਼ਾਮ ਦੇ ਵਿੱਚ ਆਇਆ ਸੀਗਾ। ਤਾਂ ਅੱਜ ਹੀ 5 ਅਕਤੂਬਰ ਵਾਲੇ ਟੈਸਟ ਦਾ ਅੱਜ ਰਿਜ਼ਲਟ ਆਇਆ। ਬਹੁਤ ਸਾਰੇ ਮੇਰੇ ਸਟੂਡੈਂਟਸ ਦੇ ਬਹੁਤ ਵਧੀਆ ਬੈਂਡ ਸਕੋਰ ਆਇਆ, ਰਾਈਟਿੰਗ ਸਪੈਸ਼ਲੀ 7.5। ਤਾਂ ਦੇਖੋ ਇਹਦੇ ਚ ਆਪਾਂ ਕੋਈ ਵੀ ਕੰਪਲੀਕੇਟਡ ਵਰਡ ਯੂਜ਼ ਨਹੀਂ ਕੀਤਾ, ਕੋਈ ਵੀ ਕੰਪਲੀਕੇਟਡ ਸੈਂਟੈਂਸ ਸਟਰਕਚਰ ਯੂਜ਼ ਨਹੀਂ ਕੀਤੀ। ਕੰਪਲੀਕੇਟਡ ਦਾ ਮੇਰਾ ਮਤਲਬ ਵੀ ਜਿਹੜੀ ਈਜ਼ੀਲੀ ਆਪਾਂ ਨੂੰ ਸਮਝ ਨਾ ਆਵੇ। ਆਲਦੋ ਆਪਾਂ ਬਹੁਤ ਵਧੀਆ ਸੈਂਟੈਂਸ ਸਟਰਕਚਰ ਯੂਜ਼ ਕੀਤੀ ਹੈ, ਬਹੁਤ ਵਧੀਆ ਕਨੈਕਟਰਸ ਯੂਜ਼ ਕੀਤੇ ਹੈ, ਬਹੁਤ ਵਧੀਆ ਲੈਂਗੁਏਜ ਯੂਜ਼ ਕੀਤੀ ਹੈ, ਬਟ ਕੁਛ ਇਹੋ ਜਿਹਾ ਨਹੀਂ ਲਿਖਿਆ ਜਿਹੜਾ ਈਜ਼ੀਲੀ ਸਮਝਿਆ ਨਾ ਜਾ ਸਕੇ। ਕਿਉਂਕਿ ਦੇਖੋ ਜੇ ਤੁਸੀਂ ਇਹੋ ਜਿਹਾ ਕੁਝ ਲਿਖੋਗੇ ਜਿਹੜਾ ਸਮਝ ਨਹੀਂ ਆ ਰਿਹਾ ਜਾਂ ਤੁਸੀਂ ਉਹਨੂੰ ਕੰਪਲੀਕੇਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਨਾਲ ਕੀ ਚਾਂਸਿਸ ਹੈ ਤੁਹਾਡਾ ਬੈਂਡ ਸਕੋਰ ਡਿਕਰੀਜ਼ ਹੋ ਸਕਦਾ ਵੀ, ਕਿਉਂਕਿ ਜੇ ਐਗਜ਼ਾਮੀਨਰ ਨੂੰ ਤੁਹਾਡਾ ਪੁਆਇੰਟ ਸਮਝ ਨਾ ਆਇਆ ਤਾਂ ਦੇਖੋ ਬੈਂਡ ਸਕੋਰ ਉਹ ਨਹੀਂ ਦੇਊਗਾ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਹੋਰ ਕੋਈ ਵੀ ਕੁਐਸਚਨ ਹੈ ਕਿਸੇ ਟਾਈਪ ਦਾ, ਟਾਸਕ 2 ਦਾ, ਟਾਸਕ 1 ਹੈ, ਚਾਹੇ ਕੁਛ ਵੀ XYZ ਹੈ, ਜਿਹਦੇ ਤੁਹਾਨੂੰ ਡਾਊਟ ਹੈ ਜਾਂ ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਇੰਸਟਾਗ੍ਰਾਮ ਤੇ ਸਾਨੂੰ ਫੋਲੋ ਕਰ ਸਕਦੇ ਹੋ, WhatsApp ਗਰੁੱਪ ਜੁਆਇਨ ਕਰ ਸਕਦੇ ਹੋ ਸਾਡਾ ਤੁਸੀਂ ਡੇਲੀ ਰੈਗੂਲਰ ਅਪਡੇਟਸ ਲਈ। ਥੈਂਕ ਯੂ।